ਇਸ ਪੈਰੇ ਦੀ ਪੰਜਾਬੀ ਦੀ PDF ਦਾ ਲਿੰਕ ਵੀਡੀਓ ਦੇ ਡਿਸਕ੍ਰਿਪਸ਼ਨ ਬਾਕਸ ਵਿੱਚ ਹੈ ਜੀ। ਪੰਜਾਬੀ ਟ੍ਰਿਬਿਊਨ 20 ਮਾਰਚ। ਸੰਪਾਦਕੀ ਸਪੀਡ 80 ਤੋਂ 85 ਸ਼ਬਦ ਪ੍ਰਤੀ ਮਿੰਟ। ਸਟਾਰਟ। ਪ੍ਰਤਾਪ, ਭਾਨੂ ਮਹਿਤਾ ਅਤੇ ਅਰਵਿੰਦ ਸੁਬਰਾਮਣੀਅਨ ਦੇ ਅਸ਼ੋਕਾ ਯੂਨੀਵਰਸਿਟੀ ਤੋਂ ਅਸਤੀਫੇ ਨੇ ਵਿਦਿਅਕ ਖੇਤਰ ਵਿੱਚ ਵੱਡਾ ਵਾਦ ਵਿਵਾਦ ਪੈਦਾ ਕੀਤਾ ਹੈ। ਡੰਡੀ। ਪ੍ਰਤਾਪ ਭਾਨੂ ਮਹਿਤਾ ਨੇ ਕਿਹਾ ਹੈ ਕਿ ਯੂਨੀਵਰਸਿਟੀ ਦੇ ਸੰਚਾਲਕਾਂ ਨੇ ਉਸ ਨੂੰ ਸਾਫ਼-ਸਾਫ਼ ਦੱਸ ਦਿੱਤਾ ਸੀ ਕਿ ਉਹਦਾ ਯੂਨੀਵਰਸਿਟੀ ਵਿੱਚ ਰਹਿਣਾ ਅਦਾਰੇ ਵਾਸਤੇ ਸਿਆਸੀ ਸਮੱਸਿਆਵਾਂ ਪੈਦਾ ਕਰ ਰਿਹਾ ਹੈ। ਡੰਡੀ। ਪ੍ਰਤਾਪ ਭਾਨੂ ਮਹਿਤਾ ਅਖਬਾਰਾਂ ਅਤੇ ਰਸਾਲਿਆਂ ਵਿੱਚ ਛਪੇ ਆਪਣੇ ਲੇਖਾਂ ਵਿੱਚ ਕੇਂਦਰ ਸਰਕਾਰ ਦੁਆਰਾ ਉਠਾਏ ਗਏ ਕੁਝ ਕਦਮਾਂ ਦੀ ਆਲੋਚਨਾ ਕਰਦਾ ਰਿਹਾ ਹੈ। ਡੰਡੀ। ਮਹਿਤਾ ਜੁਲਾਈ 2017 ਤੋਂ ਜੁਲਾਈ 2019 ਤੱਕ ਅਸ਼ੋਕਾ ਯੂਨੀਵਰਸਿਟੀ ਦੇ ਉਪ ਕੁਲਪਤੀ ਰਿਹਾ ਅਤੇ ਉਸਨੇ ਜਵਾਹਰ ਲਾਲ ਨਹਿਰੂ, ਹਾਰਵਰਡ ਅਤੇ ਨਿਊਯਾਰਕ ਯੂਨੀਵਰਸਿਟੀਆਂ ਵਿੱਚ ਪੜ੍ਹਾਇਆ ਹੈ। ਡੰਡੀ। ਅਸ਼ੋਕ ਯੂਨੀਵਰਸਿਟੀ ਨੂੰ ਨਿੱਜੀ ਖੇਤਰ ਦੀਆਂ ਯੂਨੀਵਰਸਿਟੀਆਂ ਵਿੱਚੋਂ ਸਿਖਰਲਾ ਵਿਦਿਅਕ ਅਦਾਰਾ ਮੰਨਿਆ ਜਾਂਦਾ ਹੈ। ਡੰਡੀ। ਇਹ ਦਲੀਲ ਦਿੱਤੀ ਜਾਂਦੀ ਰਹੀ ਹੈ ਕਿ ਨਿੱਜੀ ਖੇਤਰ ਦੀਆਂ ਹੋਰ ਯੂਨੀਵਰਸਿਟੀਆਂ ਨੂੰ ਅਸ਼ੋਕ ਯੂਨੀਵਰਸਿਟੀਆਂ ਵਰਗੀਆਂ ਬਣਨਾ ਚਾਹੀਦਾ ਹੈ। ਡੰਡੀ। ਅਰਵਿੰਦ ਸੁਬਰਾਮਣੀਅਨ ਨੇ ਕਿਹਾ ਹੈ ਕਿ ਯੂਨੀਵਰਸਿਟੀ ਵਿੱਚ ਵਿਦਿਅਕ ਅਕੈਡਮਿਕ ਆਜ਼ਾਦੀ ਨਹੀਂ ਹੈ। ਡੰਡੀ। ਅਰਵਿੰਦ ਸੁਬਰਾਮਣੀਅਨ ਸੰਸਾਰ ਪ੍ਰਸਿੱਧ ਅਰਥਸ਼ਾਸਤਰੀ ਹੈ ਅਤੇ 2014 ਤੋਂ 2018 ਤੱਕ ਭਾਰਤ ਸਰਕਾਰ ਦਾ ਮੁੱਖ ਆਰਥਿਕ ਸਲਾਹਕਾਰ ਰਹਿ ਚੁੱਕਾ ਹੈ। ਡੰਡੀ। ਉਸਨੇ ਇਸ ਪਦ ਤੋਂ 2018 ਵਿੱਚ ਇਹ ਕਹਿੰਦਿਆਂ ਅਸਤੀਫਾ ਦਿੱਤਾ ਸੀ ਕਿ ਉਹ ਆਪਣਾ ਸਮਾਂ ਪੜ੍ਹਾਉਣ ਅਤੇ ਖੋਜ ਕਰਨ ਤੇ ਲਾਉਣਾ ਚਾਹੁੰਦਾ ਹੈ। ਡੰਡੀ। ਉਸਨੇ ਪਿਛਲੇ ਸਾਲ ਜੁਲਾਈ ਵਿੱਚ ਅਸ਼ੋਕ ਯੂਨੀਵਰਸਿਟੀ ਵਿੱਚ ਪੜ੍ਹਾਉਣਾ ਸ਼ੁਰੂ ਕੀਤਾ ਸੀ। ਡੰਡੀ। ਪੈਰਾ ਚੇਂਜ। ਪ੍ਰਤਾਪ ਭਾਨੂ ਮਹਿਤਾ ਆਪਣੇ ਆਜ਼ਾਦਾਨਾ ਖਿਆਲਾਂ ਲਈ ਜਾਣਿਆ ਜਾਂਦਾ ਹੈ। ਡੰਡੀ। 2006 ਵਿੱਚ ਉਸਨੇ ਮਨਮੋਹਨ ਸਿੰਘ ਸਰਕਾਰ ਦੁਆਰਾ ਬਣਾਏ ਗਏ ਗਿਆਨ ਕਮਿਸ਼ਨ ਤੋਂ UPA ਸਰਕਾਰ ਦੀਆਂ ਉਚੇਰੀ ਵਿੱਦਿਆ ਬਾਰੇ ਨੀਤੀਆਂ ਨਾਲ ਸਹਿਮਤ ਨਾ ਹੋਣ ਕਾਰਨ ਅਸਤੀਫਾ ਦਿੱਤਾ ਸੀ। ਡੰਡੀ। 2016 ਵਿੱਚ ਉਸਨੇ ਖੋਜ ਕਰਨ ਵਾਲੀ ਸੰਸਥਾ ਨਹਿਰੂ ਮੈਮੋਰੀਅਲ ਮਿਊਜ਼ੀਅਮ ਅਤੇ ਲਾਇਬ੍ਰੇਰੀ ਦੀ ਕਾਰਜਕਾਰੀ ਕਮੇਟੀ ਤੋਂ ਇਸ ਲਈ ਅਸਤੀਫਾ ਦਿੱਤਾ ਕਿਉਂਕਿ ਉਸ ਵੇਲੇ ਇੱਕ ਅਜਿਹੇ ਸਾਬਕਾ IAS ਅਧਿਕਾਰੀ ਨੂੰ ਸੰਸਥਾ ਦਾ ਡਾਇਰੈਕਟਰ ਲਗਾਇਆ ਗਿਆ ਸੀ ਜੋ ਮਹਿਤਾ ਅਨੁਸਾਰ ਡਾਇਰੈਕਟਰ ਬਣਨ ਦੇ ਕਾਬਲ ਨਹੀਂ ਸੀ। ਡੰਡੀ। ਇਸ ਤਰ੍ਹਾਂ ਮਹਿਤਾ ਨੂੰ ਆਪਣੇ ਵਿਚਾਰਾਂ ਤੇ ਵਿਸ਼ਵਾਸਾਂ ਤੇ ਪਹਿਰਾ ਦੇਣ ਵਾਲਾ ਵਿਦਵਾਨ ਮੰਨਿਆ ਜਾਂਦਾ ਹੈ। ਡੰਡੀ। ਉਸ ਦੇ ਅਨੁਸਾਰ ਉਸ ਦੀਆਂ ਲਿਖਤਾਂ ਸੰਵਿਧਾਨਿਕ ਕਦਰਾਂ ਕੀਮਤਾਂ ਦੀ ਹਮਾਇਤ ਅਤੇ ਹਮਨਵਾਈ ਕਰਨ ਵਾਲੀਆਂ ਹਨ। ਡੰਡੀ। ਦੇਸ਼ ਦੇ ਵਿਦਿਆਰਥੀ, ਵਿਦਵਾਨ ਅਤੇ ਚਿੰਤਕ ਮਹਿਤਾ ਦੀਆਂ ਲਿਖਤਾਂ ਨੂੰ ਬਹੁਤ ਮਾਨ ਸਨਮਾਨ ਦਿੰਦੇ ਆਏ ਹਨ। ਡੰਡੀ। ਪੈਰਾ ਚੇਂਜ। ਪ੍ਰਮੁੱਖ ਸਵਾਲ ਇਹ ਹੈ ਕਿ ਅਜਿਹੇ ਵਿਦਵਾਨਾਂ ਨੂੰ ਚੋਟੀ ਦਾ ਵਿਦਿਅਕ ਅਦਾਰਾ ਛੱਡਣ ਲਈ ਕੌਣ ਮਜਬੂਰ ਕਰ ਰਿਹਾ ਹੈ। ਡੰਡੀ।
ਉਹ ਕਿਹੜੀਆਂ ਸਿਆਸੀ ਤਾਕਤਾਂ ਹਨ ਜਿਨ੍ਹਾਂ ਨੂੰ ਅਜਿਹੇ ਵਿਦਵਾਨਾਂ ਦੀਆਂ ਲਿਖਤਾਂ ਕਾਰਨ ਅਸੁਖਾਵਾਂਪਣ ਮਹਿਸੂਸ ਹੁੰਦਾ ਹੈ? ਪ੍ਰਸ਼ਨ ਚਿੰਨ੍ਹ। ਸਪਸ਼ਟ ਹੈ ਕਿ ਕੇਂਦਰ ਸਰਕਾਰ ਜਾਂ ਕੇਂਦਰ ਵਿੱਚ ਸੱਤਾਧਾਰੀ ਪਾਰਟੀ ਵਿਚਲੇ ਕੁਝ ਮੰਤਰੀਆਂ, ਆਗੂਆਂ ਜਾਂ ਵਿਦਵਾਨਾਂ ਨੂੰ ਪ੍ਰਤਾਪ ਭਾਨੂ ਮਹਿਤਾ ਦੀਆਂ ਲਿਖਤਾਂ ਪਸੰਦ ਨਹੀਂ ਆਈਆਂ। ਡੰਡੀ। ਮਹਿਤਾ ਦੀਆਂ ਲਿਖਤਾਂ ਦੇ ਪੜ੍ਹਨਹਾਰ ਉਸ ਦੀਆਂ ਲਿਖਤਾਂ ਵਿਚਲੀ ਸਾਫ਼ਗੋਈ, ਵਿਚਾਰਾਂ ਦੀ ਸਪਸ਼ਟਤਾ ਅਤੇ ਗਹਿਰਾਈ ਦੀ ਪ੍ਰਸ਼ੰਸਾ ਕਰਦੇ ਹਨ। ਡੰਡੀ। ਅਜਿਹੀਆਂ ਲਿਖਤਾਂ ਸਥਾਪਤੀ ਵਿੱਚ ਬੈਠੇ ਕੁਝ ਤੱਤਾਂ ਨੂੰ ਪਰੇਸ਼ਾਨ ਕਰ ਸਕਦੀਆਂ ਹਨ, ਪਰ ਸਵਾਲ ਇਹ ਹੈ ਕਿ ਕੀ ਵਿਚਾਰਾਂ ਦੀ ਅਸਹਿਮਤੀ ਨੂੰ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਵੇਗਾ? ਡੰਡੀ। ਕੀ ਉਚੇਰੀ ਵਿੱਦਿਆ ਦੇ ਅਦਾਰਿਆਂ ਵਿੱਚ ਤਰਕ ਵਿਤਰਕ ਕਰਨ ਲਈ ਕੋਈ ਥਾਂ, ਸਪੇਸ ਨਹੀਂ ਹੈ? ਪ੍ਰਸ਼ਨ ਚਿੰਨ੍ਹ। ਕੀ ਸਾਨੂੰ ਇਸ ਗੱਲ ਦਾ ਅਹਿਸਾਸ ਨਹੀਂ ਕਿ ਵਿਦਵਾਨਾਂ ਅਤੇ ਚਿੰਤਕਾਂ ਨੂੰ ਆਜ਼ਾਦ ਖਿਆਲ ਰੱਖਣ, ਖੋਜ ਕਰਨ ਅਤੇ ਕਰਵਾਉਣ ਅਤੇ ਵਿਚਾਰਾਂ ਨੂੰ ਪ੍ਰਗਟਾਉਣ ਦੀ ਆਜ਼ਾਦੀ ਦਿੱਤੀ ਜਾਣੀ ਚਾਹੀਦੀ ਹੈ? ਪ੍ਰਸ਼ਨ ਚਿੰਨ੍ਹ। ਕੀ ਵਿਦਿਅਕ ਅਦਾਰਿਆਂ ਵਿੱਚ ਅਜਿਹਾ ਅਸੁਖਾਵਾਂ ਮਾਹੌਲ ਬਣਾਉਣ ਨਾਲ ਇਨ੍ਹਾਂ ਅਦਾਰਿਆਂ ਦਾ ਪਤਨ ਨਹੀਂ ਹੋਵੇਗਾ? ਪ੍ਰਸ਼ਨ ਚਿੰਨ੍ਹ। ਭਾਰਤ ਵਿੱਚ ਉਚੇਰੀ ਵਿੱਦਿਆ ਦਾ ਢਾਂਚਾ ਪਹਿਲਾਂ ਹੀ ਚਰਮਰਾ ਰਿਹਾ ਹੈ। ਡੰਡੀ। ਉਚੇਰੀ ਵਿੱਦਿਆ ਦੇ ਖੇਤਰ ਵਿੱਚ ਵੱਖ-ਵੱਖ ਵਿਚਾਰਧਾਰਾਵਾਂ ਰੱਖਣ ਵਾਲੇ ਵਿਦਵਾਨਾਂ ਅਤੇ ਚਿੰਤਕਾਂ ਦੀ ਵਿੱਦਿਅਕ ਅਦਾਰਿਆਂ ਵਿੱਚ ਮੌਜੂਦਗੀ ਨੂੰ ਬੁਨਿਆਦੀ ਮੰਨਿਆ ਜਾਂਦਾ ਹੈ। ਡੰਡੀ। ਕੁਝ ਵਰ੍ਹਿਆਂ ਤੋਂ ਦੇਸ਼ ਦੇ ਸਿਆਸੀ, ਸਮਾਜਕ ਅਤੇ ਸੱਭਿਆਚਾਰਕ ਮਾਹੌਲ, ਜਿਸ ਵਿੱਚ ਵਿੱਦਿਅਕ ਅਦਾਰੇ ਵੀ ਸ਼ਾਮਿਲ ਹਨ, ਵਿੱਚ ਅਜਿਹੇ ਰੁਝਾਨ ਵੱਧ ਰਹੇ ਹਨ ਜਿਨ੍ਹਾਂ ਤਹਿਤ ਸਿਰਫ ਇੱਕ ਤਰ੍ਹਾਂ ਦੀ ਵਿਚਾਰਧਾਰਾ ਨੂੰ ਹੀ ਸਵੀਕਾਰ ਕੀਤਾ ਜਾਂਦਾ ਹੈ ਅਤੇ ਵਿਰੋਧੀ ਵਿਚਾਰਾਂ ਵਾਲੇ ਵਿਦਵਾਨਾਂ ਲਈ ਥਾਂ ਘਟਦੀ ਜਾ ਰਹੀ ਹੈ। ਡੰਡੀ। ਅਜਿਹੇ ਰੁਝਾਨ ਦੇਸ਼ ਦੇ ਬੌਧਿਕ ਅਤੇ ਨੈਤਿਕ ਪਤਨ ਦੇ ਪ੍ਰਤੀਕ ਹੁੰਦੇ ਹਨ। ਡੰਡੀ। ਦੇਸ਼ ਦੀਆਂ ਜਮਹੂਰੀ ਤਾਕਤਾਂ ਨੂੰ ਅਜਿਹੇ ਰੁਝਾਨਾਂ ਪ੍ਰਤੀ ਸਜਗ ਹੁੰਦੇ ਹੋਏ ਇਹਨਾਂ ਦਾ ਵਿਰੋਧ ਕਰਨਾ ਚਾਹੀਦਾ ਹੈ। ਡੰਡੀ। ਸਟਾਪ। ਹਾਂਜੀ, ਇਹ ਸੀ ਅੱਜ ਦੇ ਸੰਪਾਦਕੀ ਦਾ ਫਸਟ ਪਾਰਟ ਅਤੇ ਸੈਕਿੰਡ ਪਾਰਟ ਸਟਾਰਟਸ ਨਾਓ। ਦੋ ਵੱਡੀਆਂ ਪਰਮਾਣੂ ਤਾਕਤਾਂ ਭਾਰਤ ਅਤੇ ਪਾਕਿਸਤਾਨ ਦੇ ਟਕਰਾਅ ਵਾਲੇ ਸਬੰਧਾਂ ਦਾ ਸੁਭਾਵਿਕ ਅਸਰ ਦੱਖਣੀ ਏਸ਼ੀਆ ਦੇ ਸਾਰੇ ਦੇਸ਼ਾਂ ਦੇ ਰਿਸ਼ਤਿਆਂ ਉੱਤੇ ਪੈਂਦਾ ਆ ਰਿਹਾ ਹੈ। ਡੰਡੀ। ਦੋਵਾਂ ਦੇ ਰਿਸ਼ਤਿਆਂ ਵਿੱਚ ਸੁਧਾਰ ਕੇਵਲ ਦੱਖਣੀ ਏਸ਼ੀਆ ਹੀ ਨਹੀਂ ਬਲਕਿ ਕੇਂਦਰੀ ਏਸ਼ੀਆ ਤੱਕ ਵੀ ਅਮਨ, ਸ਼ਾਂਤੀ ਅਤੇ ਵਪਾਰਕ ਰਿਸ਼ਤਿਆਂ ਨੂੰ ਮਜ਼ਬੂਤ ਕਰਨ ਵੱਲ ਵੱਡਾ ਕਦਮ ਹੋ ਸਕਦਾ ਹੈ। ਡੰਡੀ। ਇਸੇ ਬੁੱਧਵਾਰ ਨੂੰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਅਤੇ ਉਸ ਤੋਂ ਅਗਲੇ ਦਿਨ ਪਾਕਿਸਤਾਨ ਫੌਜ ਦੇ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਨੇ ਭਾਰਤ ਅਤੇ ਪਾਕਿਸਤਾਨ ਨੂੰ ਆਪਣੇ ਟਕਰਾਅ ਛੱਡ ਕੇ ਅੱਗੇ ਵਧਣ ਦੀ ਪੇਸ਼ਕਸ਼ ਕੀਤੀ ਹੈ। ਡੰਡੀ। ਆਪਸੀ ਵਿਵਾਦਾਂ ਨੂੰ ਗੱਲਬਾਤ ਰਾਹੀਂ ਸੁਲਝਾਉਣ ਨਾਲ ਭਾਰਤ ਅਤੇ ਪਾਕਿਸਤਾਨ ਨੂੰ ਈਰਾਨ ਅਤੇ ਕੇਂਦਰੀ ਏਸ਼ੀਆ ਦੇ ਦੇਸ਼ਾਂ ਨਾਲ ਵਪਾਰ ਵਧਾਉਣ ਦਾ ਮੌਕਾ ਮਿਲੇਗਾ। ਡੰਡੀ। ਇਸ ਪੇਸ਼ਕਸ਼ ਨੂੰ ਹਾਂ ਪੱਖੀ ਤੌਰ ਉੱਤੇ ਲਿਆ ਜਾਣਾ ਚਾਹੀਦਾ ਹੈ। ਡੰਡੀ।
ਪੈਰਾ ਚੇਂਜ। ਇਸ ਤੋਂ ਪਹਿਲਾਂ 25 ਫਰਵਰੀ ਨੂੰ ਦੋਵਾਂ ਦੇਸ਼ਾਂ ਵਿੱਚ ਅਸਲ ਕੰਟਰੋਲ ਰੇਖਾ ਲਾਈਨ ਆਫ ਕੰਟਰੋਲ LOC ਤੇ ਗੋਲੀਬੰਦੀ ਦੇ ਸਮਝੌਤੇ ਨੂੰ ਮਜ਼ਬੂਤੀ ਨਾਲ ਲਾਗੂ ਕਰਨ ਬਾਰੇ ਸਹਿਮਤੀ ਬਣੀ ਹੈ। ਡੰਡੀ ਸਾਲ 2019 ਵਿੱਚ ਪੁਲਵਾਮਾ ਵਿੱਚ ਹੋਏ ਦਹਿਸ਼ਤਗਰਦ ਹਮਲੇ ਅਤੇ ਉਸ ਤੋਂ ਬਾਅਦ ਦੀਆਂ ਘਟਨਾਵਾਂ ਨੇ ਸਬੰਧਾਂ ਵਿੱਚ ਕੁੜੱਤਣ ਪੈਦਾ ਕਰ ਦਿੱਤੀ ਸੀ। ਡੰਡੀ ਇਸ ਦੌਰਾਨ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਉਤਸਵ ਸਮੇਂ ਕਰਤਾਰਪੁਰ ਸਾਹਿਬ ਲਾਂਘਾ ਖੁੱਲ੍ਹ ਗਿਆ ਸੀ ਅਤੇ ਲੋਕਾਂ ਵਿੱਚ ਇਹ ਉਮੀਦ ਜਾਗੀ ਸੀ ਕਿ ਆਪਸੀ ਸਬੰਧ ਸੁਧਰਨਗੇ। ਡੰਡੀ ਪੈਰਾ ਚੇਂਜ। ਪਿਛਲੇ ਮਹੀਨੇ ਭਾਰਤ ਨੇ ਕਿਹਾ ਸੀ ਕਿ ਪਾਕਿਸਤਾਨ ਨੂੰ ਆਪਣੇ ਆਪ ਨੂੰ ਅਤਿਵਾਦ ਤੋਂ ਮੁਕਤ ਕਰਾਉਣਾ ਚਾਹੀਦਾ ਹੈ। ਡੰਡੀ ਦਹਿਸ਼ਤਗਰਦ ਨਾ ਸਿਰਫ ਕਸ਼ਮੀਰ ਵਿੱਚ ਆਤੰਕੀ ਕਾਰਵਾਈ ਕਰਦੇ ਹਨ, ਸਗੋਂ ਪਾਕਿਸਤਾਨ ਵਿੱਚ ਵੀ ਵੱਡੀਆਂ ਸਮੱਸਿਆਵਾਂ ਪੈਦਾ ਕਰਦੇ ਹਨ। ਡੰਡੀ ਇਹ ਸਪਸ਼ਟ ਹੈ ਕਿ ਵਿੱਤੀ ਹਾਲਾਤ ਅਤੇ ਗਰੀਬੀ, ਬੇਰੁਜ਼ਗਾਰੀ, ਅਨਪੜ੍ਹਤਾ ਤੇ ਬੇਰੁਜ਼ਗਾਰੀ ਵਰਗੀਆਂ ਗੰਭੀਰ ਸਮੱਸਿਆਵਾਂ ਦੋਵਾਂ ਦੇਸ਼ਾਂ ਨੂੰ ਅਮਨ ਸ਼ਾਂਤੀ ਬਾਰੇ ਸੋਚਣ ਲਈ ਮਜਬੂਰ ਕਰ ਰਹੀਆਂ ਹਨ। ਪਰ ਦੋਹਾਂ ਦੇਸ਼ਾਂ ਵਿੱਚ ਕੁਝ ਸਿਆਸੀ ਪਾਰਟੀਆਂ ਅਤੇ ਕੱਟੜਪੰਥੀ ਧਿਰਾਂ ਘਰੇਲੂ ਸਿਆਸਤ ਵਿੱਚ ਟਕਰਾਅ ਪੈਦਾ ਕਰਕੇ ਵੋਟ ਬੈਂਕ ਕਾਇਮ ਰੱਖਣਾ ਚਾਹੁੰਦੀਆਂ ਹਨ। ਡੰਡੀ ਇਸ ਵਾਸਤੇ ਵੋਟ ਬੈਂਕਾਂ ਦੀ ਸਿਆਸਤ ਤੋਂ ਉੱਪਰ ਉੱਠ ਕੇ ਦੂਰ ਅੰਦੇਸ਼ ਸਿਆਸਤਦਾਨਾਂ ਦੀ ਭਾਵਨਾ ਵਾਲੇ ਆਗੂਆਂ ਦੀ ਲੋੜ ਹੈ। ਡੰਡੀ ਵਾਜਪਾਈ ਸਰਕਾਰ ਸਮੇਂ ਦੋਹਾਂ ਦੇਸ਼ਾਂ ਵਿੱਚ ਸਬੰਧ ਸੁਧਰਨ ਦੇ ਆਸਾਰ ਵਧੇ ਸਨ ਅਤੇ ਲੋਕਾਂ ਨੂੰ ਉਮੀਦ ਸੀ ਕਿ ਆਗਰਾ ਵਿੱਚ ਹੋਈ ਸਿਖਰ ਵਾਰਤਾ ਦੱਖਣੀ ਏਸ਼ੀਆ ਵਿੱਚ ਅਮਨ ਦਾ ਸੁਨੇਹਾ ਲਿਆਵੇਗੀ। ਡੰਡੀ ਅਜਿਹੇ ਹੋਰ ਯਤਨਾਂ ਦੀ ਜ਼ਰੂਰਤ ਹੈ। ਡੰਡੀ ਜੇਕਰ ਦੋਵਾਂ ਦੇਸ਼ਾਂ ਅੰਦਰ ਦੁਵੱਲਾ ਵਪਾਰ ਵੱਧਦਾ ਹੈ ਤਾਂ ਰੁਜ਼ਗਾਰ ਅਤੇ ਆਰਥਿਕਤਾ ਵੀ ਠੀਕ ਹੋਵੇਗੀ ਅਤੇ ਹਥਿਆਰਾਂ ਦੇ ਹੁੰਦਾ ਗੈਰ ਉਤਪਾਦਕ ਖਰਚ ਘਟਾਉਣ ਵਿੱਚ ਵੀ ਮਦਦ ਮਿਲੇਗੀ। ਡੰਡੀ ਦੋਵਾਂ ਦੇਸ਼ਾਂ ਦੀਆਂ ਸਰਕਾਰਾਂ ਨੂੰ ਇਸ ਪਾਸੇ ਵੱਲ ਗੰਭੀਰ ਯਤਨ ਕਰਨੇ ਚਾਹੀਦੇ ਹਨ। ਡੰਡੀ